ਚੱਕਦੇ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਵਿੰਦਰ ਸੰਧੂ ਤੇ ਅੱਜ ਮਾਲਵੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੀ ਕਿਸਾਨ ਨੇ ਕਿੰਨੇ ਪਰੇਸ਼ਾਨ ਨੇ ਤੇ ਇਹਨਾਂ ਦੀ ਜਿਹੜੀ ਨਰਮੇ ਦੀ ਫਸਲ ਸੀਗੀ ਉਹ ਪੂਰੀ ਤਰੀਕੇ ਦੇ ਨਾਲ ਤਬਾਹ ਹੋ ਚੁੱਕੀ ਹੈ, ਕਿਉਂਕਿ ਜਿਹੜੇ ਮਾਲਵੇ ਦੇ ਕਿਸਾਨ ਨੇ ਉਹ ਨਰਮੇ ਦੇ ਸਿਰ ਹੀ ਜ਼ਮੀਨ ਠੇਕੇ ਤੇ ਵੀ ਲੈ ਲੈਂਦੇ ਨੇ। ਜਿਹੜੇ ਛੋਟੇ ਕਾਸ਼ਤਕਾਰ ਨੇ ਜਾਂ ਫਿਰ ਜਿਹੜੇ ਵੀ ਕਿਸਾਨਾਂ ਨੇ ਆਪਦੀ ਜ਼ਮੀਨ ਤੇ ਵੀ ਫਸਲ ਉਗਾਈ ਸੀਗੀ ਉਹਨਾਂ ਦੀ ਫਸਲ ਪੂਰੀ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਗਈ ਹੈ। अगर असल रियलिटी की गल की जाए ग्राउंड जीरो तो तुसी देख रहे हो किस तरीके दे नाल किसान जड़े ने वो कुरलाउंदे ने आपदी फसल नूं लैके। किसानां दा ये दावा है कि जिहड़ा नहरी पानी है वो उन्हां नूं प्रॉपर नहीं मिलता ते उन्हां नूं धरती हेठले पानी तो फसल उगानी पै रही है, जिस वजह दे नाल उन्हां दी नरमे दी फसल जिहड़ी है वो सड़ के सुआह हो गई। किसान ये भी चाहते हैं कि सरकार वल्लों कुछ उन्हां नूं कंपनसेशन दिता जाए जिस दे नाल वो जिहड़ा है सरवाइव कर सकण। ਬਈ ਇਹ ਜੋ ਨਰਮਾ ਸੀਗਾ 2 ਕਿੱਲੇ ਆ ਪੂਰਾ ਜੀ, ਇਹ ਜਿਹਦੇ ਵਿੱਚੋਂ ਸਾਰਾ ਨਰਮਾ ਖਤਮ ਹੋ ਚੁੱਕਿਆ ਜੀ। ਤੇ ਇਹ ਅਸੀਂ ਖੇਤੀ ਦਾ ਬਦਲ ਵੀ ਕੀਤਾ ਸੀਗਾ ਜੀ, ਜਿਵੇਂ ਯੂਨੀਵਰਸਿਟੀ ਜਾਂ ਕੋਈ ਖੇਤੀਬਾੜੀ ਬਾਰੇ ਮਹਿਕਮਾ ਸਾਨੂੰ ਕਹਿੰਦਾ ਉਹਦਾ ਕਰਕੇ ਅਸੀਂ ਬੈੱਡਾਂ 'ਤੇ ਲਗਾਇਆ ਸੀ, ਜਿਹਦੇ ਨਾਲ ਸਾਨੂੰ ਕਿਹਾ ਗਿਆ ਸੀ ਵੀ ਇਹਦੇ ਨਾਲ ਪਾਣੀ ਦੀ ਖਪਤ ਘੱਟ ਹੋਊਗੀ। ਉਹਨਾਂ ਦੇ ਕਹਿਣ ਮੁਤਾਬਕ ਅਸੀਂ ਚੱਲੇ ਆਏ ਤਾਂ ਇਸ ਦਾ ਕਾਰਨ ਇਹ ਸਾਡਾ ਇਸ ਵਾਰ ਨਰਮਾ ਮਚ ਗਿਆ ਜੀ। ਇਹ ਪਾਣੀ ਉਹ ਆਏ ਵੀ ਸੀ, ਉਹ ਕੋਈ ਕੁਛ ਬੋਲ ਕੇ ਤਾਂ ਸਾਨੂੰ ਕੋਈ ਪੱਕਾ ਉਹਨਾਂ ਨੇ ਕਲੀਅਰ ਤਾਂ ਦੱਸਿਆ ਨਹੀਂ ਵੀ ਕੀ ਬਿਮਾਰੀ ਨਾਲ ਮੱਚਿਆ ਜੀ। ਤੇ ਹੁਣ ਕੀ ਕਹਿੰਦੇ ਵੀ ਉਹ ਇਹਦਾ ਕੋਈ ਹੱਲ ਹੋਊ ਜਾਂ ਨਹੀਂ? ਨਹੀਂ, ਉਹ ਉਹਨਾਂ ਨੇ ਕੋਈ ਸਪਸ਼ਟ ਸਾਨੂੰ ਕਹਿ ਕੇ ਨਹੀਂ ਗਏ ਵੀ ਇਹਦਾ ਕੋਈ ਹੱਲ ਹੈਗਾ ਜੀ। ਤੇ ਕੀ ਮੰਗ ਕਰਦੇ ਤੁਸੀਂ ਸਰਕਾਰ? ਮੰਗ ਅਸੀਂ ਸਰਕਾਰ ਤੋਂ ਇਹ ਕਰਦੇ ਹਾਂ ਜੀ, ਇਹ ਜੋ ਕਿਸਾਨ ਹੈ ਛੋਟਾ ਕਿਸਾਨ ਹੈ ਜੀ, 10 ਏਕੜ ਜ਼ਮੀਨ ਇਹਦੇ ਠੇਕੇ 'ਤੇ ਲਈ ਸੀਗੀ ਜੀ, ਜਿਹਦੇ ਵਿੱਚੋਂ 2 ਕਿੱਲੇ ਇਹ ਖਤਮ ਹੋ ਗਿਆ ਜੀ। ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ, ਜਿਵੇਂ ਪਹਿਲਾਂ ਹੀ ਕਿਸਾਨ ਸਿਰ ਤਾਂ ਕਰਜ਼ਾ ਜੀ, ਜਿੰਨੀ ਸਰਕਾਰ ਵੱਧ ਤੋਂ ਵੱਧ ਮਦਦ ਕਰੇ ਪੰਜਾਬ ਸਰਕਾਰ ਦਾ ਜੋ ਹੱਕ ਬਣਦਾ ਜੀ। ਮਾਲਵੇ ਅੰਦਰ ਕਿਸਾਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਸਬ ਡਿਵੀਜ਼ਨ ਮੋੜ ਮੰਡੀ ਦੀ ਅਗਰ ਗੱਲ ਕੀਤੀ ਜਾਵੇ, ਸਬ ਡਿਵੀਜ਼ਨ ਮੋੜ ਮੰਡੀ ਦੇ 3 ਪਿੰਡਾਂ ਦੇ ਵਿੱਚ ਨਰਮੇ ਦੀ ਫਸਲ ਝੁਲਸਣ ਤੋਂ ਬਾਅਦ ਹੁਣ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਕਿਸਾਨਾਂ ਦੀ ਨਰਮੇ ਦੀ ਫਸਲ ਤੇ ਅਗਿਆਤ ਬਿਮਾਰੀ ਦਾ ਹਮਲਾ ਹੋ ਗਿਆ ਹੈ। ਚਿੰਤਾ ਵਿੱਚ ਡੁੱਬੇ ਕਿਸਾਨ ਹੁਣ ਚਿੱਟੇ ਸੋਨੇ ਤੇ ਹਲ ਚਲਾਉਣ ਲਈ ਮਜਬੂਰ ਹੋ ਗਏ ਨੇ, ਜਿਸ ਕਰਕੇ ਰਾਮਾ ਮੰਡੀ ਅਤੇ ਮਲਕਾਣਾ ਵਿੱਚ ਕਿਸਾਨਾਂ ਨੇ ਆਪਣੇ ਨਰਮੇ ਦੀ ਫਸਲ ਵਾਹ ਦਿੱਤੀ। ਜ਼ਿਲ੍ਹਾ ਬਠਿੰਡਾ ਦੇ ਸਬ ਡਿਵੀਜ਼ਨ ਮੋੜ ਮੰਡੀ ਦੇ 3 ਪਿੰਡਾਂ ਤੋਂ ਬਾਅਦ ਹੁਣ ਨਰਮੇ ਦੇ ਅਗਿਆਤ ਬਿਮਾਰੀ ਦਾ ਹਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਇਸ ਹਮਲੇ ਦੀ ਚਪੇਟ ਵਿੱਚ ਤਲਵੰਡੀ ਸਾਬੋ ਦੇ ਰਾਮਾ ਮੰਡੀ, ਮਲਕਾਣਾ, ਲਹਿਰੀ ਅਤੇ ਨੰਗਲਾ ਇਲਾਕੇ ਵੀ ਆ ਗਏ ਨੇ, ਜਿੱਥੇ ਕਈ ਕਿਸਾਨਾਂ ਦੀ ਨਰਮੇ ਦੀ ਕਈ ਏਕੜ ਫਸਲ ਖਰਾਬ ਹੋ ਗਈ, ਜਿਸ ਨੂੰ ਲੈ ਕੇ ਕਿਸਾਨਾਂ ਦੀਆਂ ਚਿੰਤਾਵਾਂ ਲਗਾਤਾਰ ਵਧਦੀਆਂ ਦਿਖ ਰਹੀਆਂ ਨੇ। ਨਰਮੇ ਦਾ ਕੋਈ ਹੱਲ ਨਾ ਹੁੰਦਾ ਦੇਖ ਅਤੇ ਖੇਤੀਬਾੜੀ ਵਿਭਾਗ ਤੋਂ ਉਮੀਦਾਂ ਖਤਮ ਹੋਣ ਕਰਕੇ ਕਿਸਾਨਾਂ ਨੇ ਆਪਣੇ ਨਰਮੇ ਦੀ ਫਸਲ ਤੇ ਹਲ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਜਿਹੜੀ ਆ ਸਾਡੀ ਨਰਮੇ ਦੀ ਖੇਤੀ ਖਰਾਬ ਹੋਈ ਆ, ਇਹ ਮੇਨ ਪਾਣੀ ਦਾ ਕਾਰਨ ਆ। ਅਸੀਂ ਕਈ ਪਿੰਡਾਂਗੇ 5-6 ਪਿੰਡਾਂਗੇ ਜਿਹੜੇ ਸੂਆ ਸਮਰਾ ਕੇ ਲਿਆਏ ਸੀਗੇ। ਸਾਡੇ ਪਾਣੀ ਦੀ ਸਮੱਸਿਆ ਹਜੇ ਵੀ ਥੱਲੜਾ ਪਾਣੀ ਸਾਡੇ ਮਾੜਾ, ਇਹ ਪਾਣੀ ਸੂਏ 'ਚ ਘੱਟ ਆਉਂਦਾ। ਹੁਣ ਵੀ ਜਾ ਕੇ ਦੇਖ ਲਓ ਸੂਆ ਅੱਧੇ ਤੋਂ ਘੱਟ ਆ ਪਾਣੀ ਦੀ ਬਚਤ ਦੇ ਮਾਰੇ ਨੇ ਕਿਸਾਨ ਨੇ ਨਰਮਾ ਲਾਇਆ ਸੀਗਾ। ਇਹ ਥੋੜੇ ਪਾਣੀ ਨਾਲ ਕਾਰਨ ਵੀ ਪਾਣੀ ਬਚੇ, ਇਹ ਨਰਮੇ ਦੀ ਖੇਤੀ ਖਰਾਬ ਇਹਦੀ ਬਿਲਕੁਲ ਵਿਚਾਰੇ ਪੂਰੀ ਦੀ ਪੂਰੀ ਹੋ ਚੁੱਕੀ ਆ। ਜਿਹੜਾ ਕਿ ਇਹਨੇ 30,000 ਰੁਪਏ ਦੇ ਹਿਸਾਬ ਨਾਲ ਇਹਨੇ ਠੇਕੇ ਤੇ ਲਿਆ ਹੋਇਆ ਵਾਹਣ ਸੀਗਾ। ਉਦੋਂ ਬਾਅਦ ਗੱਲ ਆਉਂਦੀ ਆ ਮਹਿਕਮਾ ਆਉਂਦਾ, 2 ਗੱਲਾਂ ਕਰਕੇ ਉਹ ਤਾਂ ਭੱਜ ਗਿਆ ਜੀ। ਹੁਣ ਅਸੀਂ ਵੱਧ ਤੋਂ ਵੱਧ ਮੰਗ ਕਰ ਰਹੇ ਹਾਂ ਕਿ ਇਸ ਕਿਸਾਨ ਨੂੰ ਸਰ ਤਹਿਸੀਲਦਾਰ ਸਾਹਿਬ ਆਉਣ, ਪਟਵਾਰੀ ਸਾਹਿਬ ਆਉਣ, ਆ ਕੇ ਗਰਦੌਰੀ ਕਰਕੇ ਇਹਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਕੈਪਟਨ ਸਰਕਾਰ ਹੁਣ ਕੀ ਕਰੂਗੀ ਜੀ? ਹੁਣ ਜਿਹੜੀ ਨਰਮੇ ਦੀ ਫਸਲ ਸੀ ਉਹਦਾ ਟਾਈਮ ਤਾਂ ਲੰਘ ਗਿਆ, ਖਰਾਬ ਹੋ ਗਿਆ। ਹੁਣ ਇਹਦੇ ਵਿੱਚ ਆਉਣ ਵਾਲੀ ਫਸਲ ਹੋਰ ਬੀਜਦੀ ਨਹੀਂ, ਨਾ ਗਵਾਰਾ ਵਿਜੇ। ਹੁਣ ਸਾਲ ਭਰ ਦਾ ਠੇਕਾ ਇਹਨੂੰ ਪੱਲਿਓਂ ਦੇਣ ਵਾਲੀ ਗੱਲ ਹੋਗੀ। ਜਿਆਦਾ ਸਰਕਾਰ ਦੇਵੇ, ਆ ਕੇ ਦੇਵੇ ਇਹਨੂੰ। ਹਾਂਜੀ ਹਾਂ, ਵੱਧ ਤੋਂ ਵੱਧ ਸਰਕਾਰ ਨੂੰ ਇਹਦੀ ਮਦਦ ਕਰਨੀ ਚਾਹੀਦੀ ਆ। ਹੁਣ ਆ ਤੁਹਾਨੂੰ ਦਿਸਦਾ ਹੀ ਆ ਕਿ ਵੀ ਨਰਮਾ ਇਸ ਤੋਂ ਬਾਅਦ ਗਵਾਰੇ ਦੀ ਫਸਲ ਨਹੀਂ ਹੁੰਦੀ। ਟਾਈਮ ਟੱਪ ਗਿਆ, ਝੋਨਾ ਸਾਡੇ ਹੁੰਦਾ ਹੀ ਨਹੀਂਗਾ। ਪਾਣੀ ਕੱਸੀ ਦਾ ਸਾਡੇ ਆਉਂਦਾ ਨਹੀਂ, ਬਹੁਤ ਬੁਰਾ ਹਾਲ ਆ ਕੱਸੀ ਦੇ ਪਾਣੀ ਦਾ। ਜਾ ਕੇ ਮੌਕੇ ਸੂਆ ਦੇਖ ਲਓ ਤੁਸੀਂ, ਸੂਆ ਅੱਧਾ ਹੀ ਚੱਲ ਰਿਹਾ, ਸਾਡੇ ਮਹੀਨਾ ਡੂਢ ਮਹੀਨਾ ਹੋ ਗਿਆ ਜੀ। ਰਾਮਾ ਮੰਡੀ ਵਿੱਚ ਕਿਸਾਨਾਂ ਨੂੰ ਆਪਣੇ ਚਿੱਟੇ ਸੋਨੇ ਨੂੰ ਵਾਹੁਣ ਤੋਂ ਸਿਵਾਏ ਹੋਰ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਮਲਕਾਨਾ ਦੇ ਕਿਸਾਨ ਨੇ ਦੱਸਿਆ ਕਿ ਉਸਨੇ ਆਪਣੇ ਨਰਮੇ ਦੀ ਬਿਜਾਈ ਖੇਤੀਬਾੜੀ ਵਿਭਾਗ ਦੀ ਸਿਫਾਰਿਸ਼ ਅਤੇ ਸਲਾਹ ਦੇ ਨਾਲ ਹੀ ਕੀਤੀ ਸੀ, ਪਰ ਹੁਣ ਉਸ ਨੂੰ ਫਸਲ ਵਾਉਣੀ ਪੈ ਰਹੀ ਹੈ। ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਧੋਖਾ ਕੀਤਾ ਹੈ, ਸੋ ਹੁਣ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਉਧਰ ਦੂਜੇ ਪਾਸੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਵਿੱਚ ਹੋਰ ਵੀ ਕਿਸਾਨਾਂ ਦੀ ਨਰਮੇ ਦੀ ਫਸਲ ਮੱਚਣਾ ਸ਼ੁਰੂ ਹੋ ਗਈ ਹੈ ਤੇ ਉਹ ਖੇਤੀਬਾੜੀ ਵਿਭਾਗ ਮੁਤਾਬਿਕ ਹੱਲ ਵੀ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਬਿਮਾਰੀ ਦੀ ਸਮਝ ਨਹੀਂ ਆ ਰਹੀ।
ਕਈ ਕਿਸਾਨਾਂ ਦਾ ਇਹ ਵੀ ਦਾਅਵਾ ਹੈ ਕਿ ਉਹਨਾਂ ਨੂੰ ਨਹਿਰੀ ਪਾਣੀ ਨਾ ਮਿਲਣ ਕਰਕੇ ਧਰਤੀ ਹੇਠਲੇ ਪਾਣੀ ਨਾਲ ਫਸਲ ਉਗਾਣੀ ਪੈ ਰਹੀ ਹੈ, ਜਿਸ ਕਾਰਨ ਸਾਡੀ ਨਰਮੇ ਦੀ ਫਸਲ ਖਰਾਬ ਹੋ ਗਈ, ਜਿਸ ਲਈ ਸਰਕਾਰ ਅਤੇ ਵਿਭਾਗ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਇਸ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ। ਸਾਡੇ ਕੋਲੇ ਜੀ ਇਹ ਬਾਣ ਹੈ ਜਿਹੜਾ 1.5-2 ਕਿੱਲੇ ਬਾਣ ਹੈ ਜੀ, ਤੇ ਇਹ ਬਿਲਕੁਲ ਨਸ਼ਟ ਹੋ ਚੁੱਕਿਆ ਹੈ। ਤੇ ਸਾਡੇ ਕੋਲੇ ਖੇਤੀਬਾੜੀ ਮਹਿਕਮੇ ਦੀ ਟੀਮ ਆਈ ਸੀਗੀ, ਲੁਧਿਆਣਾ ਯੂਨੀਵਰਸਿਟੀ ਤੋਂ ਵੀ ਆਈ ਸੀਗੀ ਤੇ ਸਾਡੇ ਆਪ ਬਲਾਕ ਤਲਵੰਡੀ ਸਾਬੋ ਤੋਂ ਵੀ ਆਈ ਸੀਗੇ। ਉਹ ਇਸ ਨਰਮੇ ਨੂੰ ਜੀ ਦੇਖ ਕੇ ਡੈੱਡ ਕਰਾਰ ਦੇ ਗਏ ਤੇ ਅੱਜ ਇਸ ਨਰਮੇ ਨੂੰ ਜੀ ਮੈਂ ਉਹ ਡੈੱਡ ਕਰਾਰ ਦੇਣ ਤੋਂ ਬਾਅਦ ਅੱਜ ਇਸ ਨਰਮੇ ਨੂੰ ਮੈਂ ਜੀ ਬਾਹਰ ਆਂਗਾ। ਹਾਂਜੀ, ਇਹਦੇ 'ਚ ਹੁਣ ਹੋਰ ਕੋਈ ਫਸਲ ਉਹਨੂੰ ਦੱਸ ਕੇ ਗਏ ਨੇ ਵੀ ਕੋਈ ਹੋਰ ਹੋ ਸਕਦੀ ਹੈ ਜਾਂ ਨਹੀਂ? ਹੋਰ ਫਸਲ ਦਾ ਤਾਂ ਹੁਣ ਜੀ ਬਿਲਕੁਲ ਸਾਡੇ ਪਾਣੀ ਮਾੜੇ ਹੈਗੇ ਜੀ, ਨਾ ਤਾਂ ਕੋਈ ਇਹਦੇ 'ਚ ਮੈਂ ਝੋਨਾ ਲਾ ਸਕਦਾ, ਨਾ ਜੀ ਇਹ ਹੁਣ ਕੋਈ ਗਵਾਰੇ ਗੱਲੇ ਦੀ ਰੁੱਤ ਹੈ ਵੀ ਕੋਈ ਗਵਾਰਾ ਗੱਲਾ ਹੋ ਜਾਊਗਾ। ਤੇ ਮੈਂ ਇਹ ਬਾਣ ਜੀ 30,000 ਨੂੰ ਠੇਕੇ ਤੇ ਲਿਆ ਸੀਗਾ ਤੇ 8-10 ਹਜ਼ਾਰ ਰੁਪਿਆ ਮੇਰਾ ਇਹਦੇ ਤੇ ਖਰਚਾ ਵੀ ਹੋ ਚੁੱਕਿਆ। ਮੈਨੂੰ 40,000 ਦੀ ਅੱਜ ਪ੍ਰਤੀ ਕਿੱਲਾ ਮਾਰ ਪੈ ਰਹੀ ਹੈ ਜੀ, ਤੇ ਮੈਂ ਅੱਜ ਇਸ ਖੇਤ ਨੂੰ ਬਾਹਰ ਆਂ ਜੀ। ਤੁਸੀਂ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਇਹਨੂੰ ਕਿਸੇ ਢੰਗ ਨਾਲ ਨਰਮਾ ਬੀਜਿਆ ਸੀ? ਹਾਂਜੀ, ਮੈਂ ਇਹ ਨਰਮਾ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਨਰਮਾ ਇਹ ਪਾਣੀ ਦੀ ਬਚਤ ਦਾ ਕਰਕੇ ਅਸੀਂ ਬੈੱਡ ਤੇ ਲਾਇਆ ਹੋਇਆ ਸੀਗਾ ਜੀ, ਤੇ ਅੱਜ ਇਹ ਨਰਮਾ ਸਾਡਾ ਸਾਰੇ ਦਾ ਸਾਰਾ ਫੇਲ ਹੋ ਗਿਆ ਜੀ। ਕੀ ਮੰਗ ਕਰਦੇ ਸਰਕਾਰ ਤੋਂ? ਮੈਂ ਪੰਜਾਬ ਸਰਕਾਰ ਤੋਂ ਹੀ ਮਾਜਵੇ ਦੀ ਮੰਗ ਕਰਦਾ ਵੀ ਸਾਨੂੰ ਇਸ ਦਾ ਢੁਕਵਾਂ ਕੋਈ ਮਾਜਵਾ ਵਗੈਰਾ ਦਿੱਤਾ ਜਾਵੇ। ਤੇ ਖੇਤੀਬਾੜੀ ਵਿਭਾਗ ਦੇ ਹਿਸਾਬ ਨਾਲ ਤੁਸੀਂ ਚੱਲੇ ਸੀ, ਕੋਈ ਉਹਨਾਂ ਵੱਲੋਂ ਵੀ ਤੁਸੀਂ ਕੁਝ ਕਹਿਣਾ ਚਾਹੋਗੇ ਵੀ ਉਹਨੂੰ ਕੋਈ ਢੁਕਵਾਂ ਪਹਿਲਾਂ ਹੀ ਕੋਈ ਨਾ ਕੋਈ ਦੱਸਣਾ ਚਾਹੀਦਾ ਕਿਸਾਨਾਂ? ਹਾਂਜੀ, ਖੇਤੀਬਾੜੀ ਵਿਭਾਗ ਵਾਲੇ ਇੱਥੇ ਆਏ ਸੀਗੇ, ਉਹ ਮੈਨੂੰ ਤਾਂ ਬਸ ਕੁਛ ਨਹੀਂ ਇਹੀ ਦੱਸ ਕੇ ਗਏ ਆ ਵੀ ਇਹ ਖੇਤ ਨੂੰ ਵਾਹੁਣਾ ਪਊਗਾ, ਇਹਦਾ ਕੋਈ ਹੱਲ ਨਹੀਂ ਹੈਗਾ। ਤੇ ਜੇਕਰ ਵੀ ਉਹ ਪਹਿਲਾਂ ਦੱਸਣ ਕਿਸਾਨਾਂ ਨੂੰ ਕੁਛ ਨਾ ਕੁਛ, ਤਾਂ ਕਿਸਾਨ ਕੁਛ ਹੋਰ ਵੀ ਆਪਦੇ ਨਰਮੇ ਬਚਾ ਸਕਦੇ ਨੇ ਜਾਂ ਹੋਰ ਫਸਲਾਂ ਬਚਾ ਸਕਦੇ ਨੇ। ਹਾਂਜੀ, ਮੈਂ ਇਹੀ ਕਹਿਣਾ ਅਪੀਲ ਕਰਦਾ ਵੀ ਖੇਤੀਬਾੜੀ ਮਹਿਕਮੇ ਨੂੰ ਵੀ ਜੀ ਸਾਡੇ ਪਿੰਡ ਦੇ ਵਿੱਚ ਆਉਣ, ਲੋਕਾਂ ਨੂੰ ਦੱਸਣ, ਤੇ ਹੋ ਸਕਦਾ ਮੇਰੇ ਵਰਗੇ ਭਰਾਵਾਂ ਦਾ ਹੋਰ ਵੀ ਕਈ ਏਕੜ ਨਰਮਾ ਜੀ ਸਾਡੇ ਪਿੰਡ ਦੇ ਵਿੱਚ ਸਮੱਸਿਆ ਹੈਗੀ, ਬਹੁਤ ਜ਼ਿਆਦਾ ਸਮੱਸਿਆ ਹੈਗੀ, ਮੇਰਾ ਇਕੱਲੇ ਦਾ ਨਹੀਂ, ਹੋਰ ਵੀ ਕਿਸਾਨ ਵੀਰਾਂ ਦਾ ਬਹੁਤ ਦਾ ਨਰਮਾ ਇਸ ਤਰ੍ਹਾਂ ਹੋ ਰਿਹਾ ਹੈ। ਤੇ ਹੋਰ ਵੀ ਲੋਕ ਇਸ ਨਰਮੇ ਨੂੰ ਬਾਰੇ, ਮੈਂ ਤਾਂ ਖੇਤੀਬਾੜੀ ਮਹਿਕਮੇ ਨੂੰ ਇਹੀ ਅਪੀਲ ਕਰਦਾ ਵੀ ਸਾਡੇ ਪਿੰਡ ਦੇ ਵਿੱਚ ਦੁਬਾਰਾ ਹੁਣ ਲੋਕਾਂ ਨੂੰ ਦੱਸਣ ਤੇ ਹੋਰ ਵੀਰ ਕਿਸਾਨ ਭਰਾਵਾਂ ਦਾ ਨਰਮਾ ਖੇਤੀ ਇਹ ਨਰਮੇ ਦੀ ਬਚ ਸਕੇ। ਕਿਸਾਨਾਂ ਦਾ ਇਹ ਵੀ ਦਾਅਵਾ ਹੈ ਕਿ ਜਿਹੜਾ ਨਹਿਰੀ ਪਾਣੀ ਹੈ ਉਹ ਕਿਸਾਨਾਂ ਨੂੰ ਪ੍ਰੋਪਰ ਨਹੀਂ ਮਿਲਦਾ ਤੇ ਧਰਤੀ ਹੇਠਲੇ ਪਾਣੀ ਨਾਲ ਫਸਲ ਉਗਾਣੀ ਪੈ ਰਹੀ ਹੈ। ਕਾਫੀ ਜ਼ਿਆਦਾ ਕਿਸਾਨ ਪਰੇਸ਼ਾਨ ਨੇ ਤੇ ਉਹ ਇਹ ਕਹਿੰਦੇ ਨੇ ਕਿ ਖੇਤੀਬਾੜੀ ਵਿਭਾਗ ਦੀ ਹੈਲਪ ਲੈ ਕੇ ਉਹਨਾਂ ਨੇ ਇਹ ਫਸਲ ਬੀਜੀ ਸੀਗੀ, ਉਹਨਾਂ ਦੀ ਸਲਾਹ ਨਾਲ ਬੀਜੀ ਸੀਗੀ, ਤੇ ਹੁਣ ਖੇਤੀਬਾੜੀ ਵਿਭਾਗ ਜਿਹੜੀ ਵੀ ਉਹਨਾਂ ਨੂੰ ਟ੍ਰੀਟਮੈਂਟ ਦੱਸ ਰਿਹਾ ਹੈ ਉਹ ਕਰ ਰਹੇ ਨੇ, ਪਰ ਉਸ ਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਤੇ ਸੈਂਕੜੇ ਏਕੜ ਹੀ ਜਿਹੜੀ ਫਸਲ ਹੈ ਉਹ ਸੜ ਕੇ ਸੁਆਹ ਹੋ ਗਈ ਹੈ ਨਰਮੇ ਦੀ, ਤੇ ਨਰਮੇ ਦੀ ਇਸ ਫਸਲ ਨੂੰ ਸੁੱਕ ਜਾਣ ਦਾ ਕਰਕੇ ਕਿਸਾਨਾਂ ਨੂੰ ਹੁਣ ਆਪਦੀ ਫਸਲ ਵਾਹੁਣੀ ਪੈ ਰਹੀ ਹੈ। ਕਿੰਨਾ ਪਰੇਸ਼ਾਨ ਨੇ ਕਿਸਾਨ, ਇਹ ਦੱਸਦਿਆਂ ਹੋਇਆਂ ਕਿਸਾਨਾਂ ਨੇ ਗੁਹਾਰ ਲਗਾਈ ਹੈ ਸਰਕਾਰ ਤੋਂ ਕਿ ਉਹਨਾਂ ਨੂੰ ਕੁਝ ਕੰਪਨਸੇਸ਼ਨ ਵੀ ਦਿੱਤਾ ਜਾਵੇ, ਕਿ ਜਿਹੜਾ ਹੀ ਇਹ ਫਸਲ ਨੁਕਸਾਨ ਹੋਈ ਆ ਗੌਰਮੈਂਟ ਵੱਲੋਂ ਕੁਝ ਉਹਨਾਂ ਨੂੰ ਅਗਰ ਜੇ ਹੈਲਪ ਮਿਲਦੀ ਹੈ ਤੇ ਉਹ ਅੱਗੇ ਕਿਸਾਨ ਜਿਹੜਾ ਹੈ ਆਪਦੇ ਪੈਰਾਂ ਤੇ ਖੜਾ ਹੋ ਸਕੇਗਾ। ਕਿਉਂਕਿ ਮੋਸਟਲੀ ਕਿਸਾਨ ਐਵੇਂ ਦੇ ਨੇ ਜਿਨ੍ਹਾਂ ਨੇ ਨਰਮੇ ਦੀ ਫਸਲ ਬੀਜੀ ਸੀਗੀ ਪੈਲੀ ਠੇਕੇ ਤੇ ਲੈ ਕੇ, ਤੇ ਉਹਨਾਂ ਨੂੰ ਹੁਣ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਹੈ। ਦੇਖਦੇ ਹਾਂ ਕਿਸਾਨਾਂ ਦੀ ਹੈਲਪ ਕਰਨ ਵਾਸਤੇ ਸਰਕਾਰ ਜਿਹੜੀ ਆ ਉਹ ਕਿਸ ਤਰੀਕੇ ਦੀ ਮਦਦ ਕਰਦੀ ਆ। ਹੁਣ ਮੈਂ ਗੁਰਵਿੰਦਰ ਸੰਧੂ, ਕੈਮਰਾਮੈਨ ਗੁਰਪ੍ਰੀਤ ਦੇ ਨਾਲ ਲੈਣਾ ਹੈ ਇਜਾਜ਼ਤ। ਦੇਖਦੇ ਰਹੋ ਚੱਕ ਦੇ ਟੀਵੀ। ਸਤਿ ਸ਼੍ਰੀ ਅਕਾਲ।